ਅਸੀਂ ਆਪਣਿਆਂ ਢਿੱਡਾਂ ਦੀ ਮੰਗ ਲੈ ਕੇ ਨਿੱਤਰ ਆਏ ਹਾਂ ਏਕੇ ਦੀ ਲਾਮ ਉੱਤੇ। ਲਾਰੇ ਦੇਖ ਕੇ ਇਹਨਾਂ ਮੁਸਾਹਿਬਾਂ ਦੇ ਨੀਜ ਲੱਗੀਏ ਹੁਣ ਸੰਗਰਾਮ ਉੱਤੇ। ਜੇਕਰ ਅੱਜ ਨਾ ਹੱਕ ਦੀ ਗੱਲ ਕੀਤੀ, ਸਾਰੇ ਬੱਚਿਆਂ ਦੇ ਵੇਨੇ ਚੋਲ ਜਲਦੇ, ਖੇਤਾਂ ਵਿੱਚ ਕਿਸਾਨਾਂ ਦੇ ਬੋਲ ਜਲਦੇ, ਮੇਰੇ ਗੀਤ ਜਲਦੇ, ਮੇਰੇ ਘੋਲ ਜਲਦੇ। ਬਹੁਤ ਹੀ ਸਤਿਕਾਰਯੋਗ ਕਿਸਾਨੀ ਦੇ ਦਰਦ ਨੂੰ ਸੀਨਿਆਂ ਵਿੱਚ ਸਮੋਈ ਬੈਠੇ ਪੰਜਾਬ ਦੇ ਦਰਦਮੰਦੀਓ, ਗੁਰਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਇਸ ਅੰਦੋਲਨ ਦੇ ਵਿੱਚ, ਕਿਸਾਨੀ ਅੰਦੋਲਨ ਦੇ ਵਿੱਚ ਜਿਨ੍ਹਾਂ ਸਾਡੇ ਸਤਿਕਾਰਯੋਗ ਕਿਸਾਨ ਵੀਰਾਂ ਨੇ, ਬੀਬੀਆਂ ਨੇ ਆਪਣੀਆਂ ਜਾਨਾਂ ਵਾਰੀਆਂ ਨੇ, ਉਹਨਾਂ ਨੂੰ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ, ਉਹਨਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ। ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਉਹਨਾਂ ਸ਼ਹੀਦਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਉਹਨਾਂ ਦੀ ਸ਼ਹਾਦਤ ਬੇਅਰਥ ਨਾ ਜਾਵੇ। ਅਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਵੀ ਅਰਦਾਸ ਹੈ ਕਿ ਅਕਾਲ ਪੁਰਖ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਲਗਭਗ 17-18 ਸਾਲ ਪਹਿਲਾਂ ਮੈਨੂੰ ਇੱਕ ਸਬੱਬ ਮਿਲਿਆ, ਇੱਕ ਸੈਮੀਨਾਰ ਅਟੈਂਡ ਕਰਨ ਦਾ, ਲੁਧਿਆਣੇ ਵਿਖੇ ਸੀ। ਉਸ ਸੈਮੀਨਾਰ ਦੇ ਵਿੱਚ ਜਿਹੜੀ ਸਟੇਜ ਸੀ, ਉਸ ਦੇ ਪਿੱਛੇ ਇੱਕ ਬਹੁਤ ਵੱਡੀ ਜੋ ਫਲੈਕਸ ਲਗਾਈ ਗਈ ਸੀ, ਉਸ 'ਤੇ ਇੱਕ ਸਲੋਗਨ ਲਿਖਿਆ ਸੀ ਜਿਸ ਦੇ ਬੋਲ ਸਨ, ਰਹੀ ਨਾ ਧਰਤ ਤਾਂ ਬੀਜਾਂਗੇ ਜ਼ਿੰਦਗੀ ਕਿੱਥੇ। ਇਹ ਸੱਚਾਈ ਹੈ ਕਿ ਉਦੋਂ ਉਹਨਾਂ ਬੋਲਾਂ ਦੇ ਪਿਛਲੀ ਜੋ ਭੇਤ ਸੀ, ਜਿਹੜੀ ਰਮਜ ਸੀ, ਉਦੋਂ ਤਾਂ ਸਮਝ ਨਹੀਂ ਆਈ। ਪਰ ਜਦੋਂ ਅੱਜ ਦਾ ਦੌਰ ਦੇਖਦੇ ਹਾਂ, ਉਹ ਰਮਜ਼, ਉਹ ਭੇਤ, ਉਸ ਦੇ ਅਰਥ ਬੜੇ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆਉਂਦੇ ਨੇ। ਰਹੀ ਨਾ ਧਰਤ ਤਾਂ ਬੀਜਾਂਗੇ ਜ਼ਿੰਦਗੀ ਕਿੱਥੇ। ਸਮਾਜਿਕ ਸੰਸਥਾਵਾਂ ਦੇ ਨਾਲ ਜੁੜੇ ਹੋਣ ਕਰਕੇ ਅਤੇ ਇੱਕ ਸਾਡੇ ਦੋਸਤਾਂ ਮਿੱਤਰਾਂ ਦੇ ਕੁਝ ਸਰਕਲ ਵੀ ਇਸ ਤਰ੍ਹਾਂ ਦਾ ਹੈ ਕਿ ਪੰਜਾਬ ਦੇ ਚਲੰਤ ਮੁੱਦਿਆਂ 'ਤੇ ਪੰਜਾਬ ਦੇ ਨਾਲ ਸਮੇਂ-ਸਮੇਂ 'ਤੇ ਹੋਈਆਂ ਧੱਕੇਸ਼ਾਹੀਆਂ 'ਤੇ ਅਸੀਂ ਅਕਸਰ ਵਿਚਾਰਾਂ ਕਰਦੇ ਰਹਿੰਦੇ ਹਾਂ। ਅਸੀਂ ਅਕਸਰ ਸੋਚਦੇ ਹਾਂ, ਅਕਸਰ ਗੱਲ ਚੱਲਦੀ ਹੈ ਕਿ ਪੰਜਾਬ ਕਿੱਡੇ ਵੱਡੇ ਦੁਖਾਂਤਕ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਏ ਕਿ ਨਾ ਤਾਂ ਅਸੀਂ ਪਾਣੀ ਬਚਾ ਸਕੇ, ਨਾ ਅਸੀਂ ਪੁੱਤ ਸੰਭਾਲ ਸਕੇ, ਨਾ ਅਸੀਂ ਧੀਆਂ ਬਚਾ ਸਕੇ, ਨਾ ਅਸੀਂ ਰੁੱਖ ਸੰਭਾਲ ਸਕੇ। ਪੰਜਾਬ ਦੇ ਪਾਣੀ ਕਾਰੋਬਾਰੀਆਂ ਨੇ ਗੰਧਲੇ ਕਰ ਦਿੱਤੇ, ਤੇਜ਼ਾਬੀ ਕਰ ਦਿੱਤੇ, ਪੀਣ ਯੋਗ ਨਹੀਂ ਛੱਡੇ। ਅਤੇ ਪੰਜਾਬ ਦੇ ਪੁੱਤ ਨਸ਼ੇ ਦੇ ਵਪਾਰੀਆਂ ਨੇ ਨਸ਼ੇ ਦੀ ਦਲਦਲ ਵਿੱਚ ਇਸ ਕਦਰ ਗ੍ਰਸਤ ਕਰ ਦਿੱਤੇ ਕਿ ਬਹੁਤ ਘਰਾਂ ਦੇ ਚਿਰਾਗ ਜਿਹੜੇ ਬੁੱਝ ਗਏ, ਬਹੁਤੇ ਬੱਚੇ ਯਤੀਮ ਹੋ ਗਏ, ਆਪਣੇ ਬਾਪ ਦਾ ਸੁੱਖ ਵੀ ਜਿਹੜੇ ਪ੍ਰਾਪਤ ਨਹੀਂ ਕਰ ਸਕਦੇ। ਅਤੇ ਜਦੋਂ ਅੱਗੇ ਦੇਖਦੇ ਹਾਂ, ਸਾਡੀ ਜਿਹੜੀ ਅਸੁਰੱਖਿਅਤ ਵਿਵਸਥਾ ਹੈ, ਕਿਉਂਕਿ ਰੋਜ਼ ਤੁਸੀਂ ਹਾਥਰਸ ਦੀ ਘਟਨਾ ਕੁਝ ਦਿਨ ਪਹਿਲਾਂ ਵਾਪਰੀ, ਅਜੇ ਕੱਲ੍ਹ ਦੀ ਗੱਲ ਹੈ, ਟਾਂਡਾ ਉੜਮੜ ਵਿੱਚ ਤੁਸੀਂ ਦੇਖਿਆ ਹੋਣਾ ਕਿ 6 ਸਾਲ ਦੀ ਬੱਚੀ ਨਾਲ ਜੋ ਹੋਇਆ ਉਹ ਬੜਾ ਨਿੰਦਣਯੋਗ ਹੈ, ਬੜਾ ਖਤਰਨਾਕ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਨੇ, ਇਸ ਤਰ੍ਹਾਂ ਦੇ ਡਰ ਨੇ ਪੰਜਾਬੀਆਂ ਦੀ ਸੋਚ ਨੂੰ ਇੰਨਾ ਤੰਗ ਕਰ ਦਿੱਤਾ, ਇੰਨਾ ਸੌੜੀ ਕਰ ਦਿੱਤਾ ਕਿ ਅਸੀਂ ਅਣਜੰਮੀਆਂ ਬੱਚੀਆਂ ਨੂੰ ਵੀ ਕੁੱਖਾਂ ਵਿੱਚ ਕਤਲ ਕਰਨ ਦਾ ਦਾਗ, ਆਪਣੇ ਕਲੰਕ ਆਪਣੇ ਮੱਥੇ 'ਤੇ ਲਵਾ ਬੈਠੇ। ਅਤੇ ਜਦੋਂ ਰੁੱਖਾਂ ਦੀ ਗੱਲ ਕਰਦੇ ਹਾਂ, ਕੁਦਰਤ ਦੀ ਖੂਬਸੂਰਤੀ ਜੋ ਅਕਾਲ ਪੁਰਖ ਨੇ, ਜੋ ਪਰਮਾਤਮਾ ਨੇ, ਜੋ ਕਾਇਨਾਤ ਦੇ ਵਿੱਚ ਇਹ ਸੁਹੱਪਣ ਸੀ, ਉਹ ਵੀ ਕੁਝ ਦਿਨ ਪਹਿਲਾਂ ਮੇਰੇ ਸਤਿਕਾਰਯੋਗ ਵੀਰ ਸਰਦਾਰ ਕੁਲਦੀਪ ਸਿੰਘ ਖਹਿਰਾ, ਅਮਰਜੀਤ ਸਿੰਘ ਮਾਨ ਲੁਧਿਆਣੇ ਤੋਂ, ਉਹਨਾਂ ਨੇ ਬੜੇ ਵਿਸਥਾਰ ਸਹਿਤ ਇਹ ਜਾਣਕਾਰੀ ਦਿੱਤੀ ਕਿ ਕਿਵੇਂ ਵਿਕਾਸ ਦੇ ਨਾਂ 'ਤੇ ਜੰਗਲਾਂ ਨੂੰ, ਰੁੱਖਾਂ ਨੂੰ ਵੱਢਿਆ ਜਾ ਰਿਹਾ ਏ। ਉਹਨਾਂ ਮੱਤੇਵਾੜਾ ਜੰਗਲ ਦੀ ਵੀ ਗੱਲ ਕੀਤੀ। ਭਾਵੇਂ ਕਿ ਵਿਕਾਸ ਦੇ ਨਾਂ 'ਤੇ ਹੈ, ਪਰ ਇਹ ਉਜਾੜਾ ਜਿਹੜੇ ਲੰਮੇ ਸਮਿਆਂ ਤੋਂ ਜਿਹੜਾ ਇਹ ਸਾਡਾ ਸੁਹੱਪਣ ਸੀ, ਜੋ ਕੁਦਰਤ ਨੇ ਸਾਨੂੰ ਬਖਸ਼ਿਸ਼ ਕੀਤਾ ਸੀ, ਅਸੀਂ ਉਸ ਤੋਂ ਬਿਰਵੇ ਹੁੰਦੇ ਜਾਂਦੇ ਹਾਂ। ਇਹ ਜਿੰਨੇ ਸਮਾਜ ਦੀਆਂ ਅਲਾਮਤਾਂ ਨੇ, ਜੋ ਦੁਖਾਂਤ ਨੇ ਪੰਜਾਬ ਦੇ,
ਜਦੋਂ ਅਸੀਂ ਇਹਨਾਂ ਦੀ ਗੱਲ ਕਰਦੇ ਹਾਂ, ਅਸਲ ਵਿੱਚ ਇਹ ਬੜੀ ਸੰਖੇਪ ਵਿੱਚ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ। ਜੇਕਰ ਅਸੀਂ ਇਹਦੇ ਉੱਤੇ ਗੱਲ ਕਰਨੀ ਹੋਵੇ ਤਾਂ ਇਹਦੇ ਲਈ ਬੜੀ ਲੰਮੀ ਵਿਆਖਿਆ, ਬੜੇ ਲੰਮੇ ਵਿਚਾਰ ਨੇ, ਬੜਾ ਲੰਮਾ ਇਹਦੇ ਲਈ ਸਮਾਂ ਚਾਹੀਦਾ ਹੈ। ਤਦ ਹੀ ਅਸੀਂ ਇਹਨਾਂ ਦੇ ਨਤੀਜਿਆਂ ਬਾਰੇ, ਤਦ ਹੀ ਅਸੀਂ ਇਹਨਾਂ ਦੇ ਕੁਝ ਨਾ ਕੁਝ ਹੱਲ ਬਾਰੇ ਸੋਚ ਸਕਦੇ ਹਾਂ। ਸੋ ਗੱਲ ਇੱਥੇ ਹੀ ਬਸ ਨਹੀਂ। ਜਦੋਂ ਪੰਜਾਬ ਦੀ ਹਾਲਤ ਅੱਗੇ ਦੇਖਦੇ ਹਾਂ ਤੇ ਪ੍ਰਵਾਸ ਜਿਹੜਾ ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਦੁਖਾਂਤ ਹੈ। ਪੰਜਾਬੀ ਬੱਚੇ ਧੜਾ ਧੜ ਬਾਹਰ ਜਾ ਰਹੇ ਨੇ। ਸ਼ਾਇਦ ਉਹ ਆਪਣੀ ਜਗ੍ਹਾ ਠੀਕ ਵੀ ਨੇ, ਅਸੀਂ ਉਹਨਾਂ ਨੂੰ ਵੀ ਗਲਤ ਨਹੀਂ ਕਹਿ ਸਕਦੇ, ਕਿਉਂਕਿ ਸਾਡੇ ਕੋਲ ਦੇਣ ਲਈ ਉਹਨਾਂ ਨੂੰ ਕੁਝ ਨਹੀਂ। ਜੇਕਰ ਇੱਥੇ ਰੁਲਦੇ ਬੱਚਿਆਂ ਨੂੰ ਦੇਖਾਂਗੇ ਤਾਂ ਉਸ ਤੋਂ ਵੀ ਜ਼ਿਆਦਾ ਪਰੇਸ਼ਾਨ, ਉਸ ਤੋਂ ਵੀ ਜ਼ਿਆਦਾ ਅਸੀਂ ਆਪਣੇ ਆਪ ਨੂੰ ਦੋਸ਼ੀ ਮੰਨਾਂਗੇ। ਪਰ ਪ੍ਰਵਾਸ ਇੱਕ ਬਹੁਤ ਵੱਡੀ ਸਾਡੇ ਸਮਾਜ ਦੀ ਇਸ ਸਮੇਂ ਸਮੱਸਿਆ ਹੈ। ਜਿਨ੍ਹਾਂ ਦੇ ਘਰ ਬੱਚਿਆਂ ਵਾਜੋਂ ਖਾਲੀ ਨੇ, ਜਿਨ੍ਹਾਂ ਦੇ ਵਿਹੜੇ ਖਾਲੀ ਨੇ, ਉਹਨਾਂ ਲਈ ਜੀਵਨ ਕੱਟਣਾ ਇਕੱਲਿਆਂ ਬੜਾ ਮੁਸ਼ਕਲ ਹੈ। ਜਦੋਂ ਇਸ ਤੋਂ ਅਸੀਂ ਦੋ ਕਦਮ ਥੋੜ੍ਹਾ ਹੋਰ ਅੱਗੇ ਦੇਖਦੇ ਹਾਂ ਤਾਂ ਗੱਲ ਇੱਥੇ ਹੀ ਬਸ ਨਹੀਂ। ਅੱਜ ਸਾਡੀ ਜ਼ੁਬਾਨ ਨੂੰ ਵੀ ਖਤਰਾ ਏ। ਗੱਲ ਮੈਂ ਕਰ ਰਿਹਾ ਸੀ ਕਿ ਜਦੋਂ ਥੋੜ੍ਹਾ ਹੋਰ ਅੱਗੇ ਇਹਨਾਂ ਵਿਸ਼ਿਆਂ ਵੱਲ ਦੇਖਦੇ ਹਾਂ ਤਾਂ ਸਾਨੂੰ ਹੋਰ ਦੁਖਾਂਤਕ ਪਹਿਲੂ ਸਾਹਮਣੇ ਆਉਂਦੇ ਨੇ। ਸਾਡੀ ਜ਼ੁਬਾਨ ਨੂੰ ਵੀ ਖਤਰਾ ਏ ਤੇ ਅੱਜ ਸਾਡੀ ਜ਼ਮੀਨ ਨੂੰ ਵੀ ਖਤਰਾ ਏ। ਜਦੋਂ ਬੋਲੀ ਦੀ ਗੱਲ ਕਰਦੇ ਹਾਂ, ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹਾਂ, ਪੰਜਾਬੀ ਮਾਂ ਬੋਲੀ ਜਿਸ ਦੇ ਵਿੱਚ ਇਤਿਹਾਸ ਰਚਿਆ ਗਿਆ, ਜਿਸ ਤੋਂ ਅਸੀਂ ਮਾਂ ਬੋਲੀ ਤੋਂ ਸਿੱਖ ਕੇ ਅੱਗੇ ਇਤਿਹਾਸ ਗੁਰਬਾਣੀ ਦੇ ਨਾਲ ਜੁੜੇ, ਅੱਜ ਉਸ ਬੋਲੀ ਨੂੰ ਖਤਰਾ ਏ। ਕੁਝ ਦਿਨ ਪਹਿਲਾਂ ਮੇਰੇ ਸਤਿਕਾਰਯੋਗ ਵੀਰ ਮਨਜੀਤ ਸਿੰਘ ਰਾਜਪੁਰਾ ਹੋਰਾਂ ਨੇ ਇਸ ਸਟੇਜ ਤੋਂ ਬੋਲੀ ਬਾਰੇ ਕਿਵੇਂ ਕੌਨਵੈਂਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਤੋਂ ਵਿਰਵੇ ਕਰਨ ਦਾ, ਉਹਨਾਂ ਦੀ ਮਾਨਸਿਕਤਾ ਨੂੰ ਇਸ ਕਦਰ ਤਿਆਰ ਕੀਤਾ ਜਾਂਦਾ ਹੈ ਕਿ ਉਹ ਪੰਜਾਬੀ ਤੋਂ ਘਿਰਣਾ ਕਰਨ ਲੱਗ ਜਾਣ, ਈਰਖਾ ਕਰਨ ਲੱਗ ਜਾਣ, ਕਿ ਪੰਜਾਬੀ ਉਹਨਾਂ ਬੰਦਿਆਂ ਦੀ ਬੋਲੀ ਹੈ ਜਿਹੜੇ ਪਛੜੇ ਹੋਏ ਨੇ। ਸਾਡੀ ਬੋਲੀ ਅੰਗਰੇਜ਼ੀ ਹੈ। ਜੇਕਰ ਅਸੀਂ ਹਿੰਦੀ ਬੋਲਦੇ ਹਾਂ ਤਾਂ ਅਸੀਂ ਸੱਭਿਅਕ ਗਿਣੇ ਜਾਵਾਂਗੇ। ਬੜੇ ਵੱਡੇ ਚਿੰਤਾ ਦੇ ਵਿਸ਼ੇ ਨੇ। ਇੱਕ ਵਿਸ਼ਾ ਪੰਜਾਬ ਦੇ ਲਈ ਬੜਾ ਖਤਰਨਾਕ ਤੇ ਬੜਾ ਘਾਤਕ ਹੈ ਤੇ ਹਰ ਵਿਸ਼ਾ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ। ਅੱਗੇ ਗੱਲ ਆਉਂਦੀ ਹੈ ਜ਼ਮੀਨ ਦੀ। ਜਿਸ ਅੰਦੋਲਨ ਦੇ ਵਿੱਚ ਅੱਜ ਪੰਜਾਬ ਗੁਜ਼ਰ ਰਿਹਾ ਏ, ਜਿਸ ਅੰਦੋਲਨ ਨੂੰ ਤੁਸੀਂ ਸਾਰੇ ਹੀ ਅੱਜ ਮੋਢੇ ਨਾਲ ਮੋਢਾ ਜੋੜ ਕੇ ਚਲਾ ਰਹੇ ਹੋ, ਕੀ ਜ਼ਰੂਰਤ ਪੈ ਗਈ ਇਸ ਅੰਦੋਲਨ ਦੀ? ਸਾਰੀਆਂ ਕੜੀਆਂ ਇੱਕ ਦੂਜੇ ਦੇ ਨਾਲ ਜੁੜਦੀਆਂ ਨੇ। ਮੈਂ ਪਾਣੀ ਦੀ ਗੱਲ ਕੀਤੀ ਸੀ ਕਿ ਪਾਣੀ ਸੰਭਾਲ ਨਹੀਂ ਸਕੇ। ਅਸਲ ਵਿੱਚ ਪਾਣੀ ਅਸੀਂ ਪੀ ਕੇ ਤਾਂ ਨਹੀਂ ਖਤਮ ਕੀਤਾ। ਸਾਡਾ ਪਾਣੀ ਕਿੱਥੇ ਗਿਆ? ਜਿਸ ਪਾਣੀ ਦੀ ਸਾਨੂੰ ਜ਼ਰੂਰਤ ਸੀ ਖੇਤੀ ਲਈ, ਉਹ ਪਾਣੀ ਸਾਨੂੰ ਨਸੀਬ ਨਹੀਂ ਹੋਇਆ। ਜਾਂ ਇਹ ਕਹਿ ਲਈਏ ਕਿ ਧੱਕੇ ਦੇ ਨਾਲ, ਸਾਜ਼ਿਸ਼ਾਂ ਦੇ ਨਾਲ ਰਾਈਪੇਰੀਅਨ ਲਾਅ ਵੀ ਸਾਨੂੰ ਸਹੂਲਤ ਨਹੀਂ ਦੇ ਸਕਿਆ। ਸਾਡਾ ਪਾਣੀ ਦਿੱਲੀ, ਰਾਜਸਥਾਨ ਤੇ ਹੋਰ ਸੂਬਿਆਂ ਨੂੰ ਦਿੱਤਾ ਗਿਆ ਤੇ ਹੁਣ ਵੀ ਦਿੱਤਾ ਜਾ ਰਿਹਾ ਏ। ਇਹ ਬੜੇ ਦੁਖਾਂਤਕ ਪਹਿਲੂ ਨੇ। ਜ਼ਮੀਨ ਦੀ ਗੱਲ ਜਦੋਂ ਅਸੀਂ ਕਰਦੇ ਹਾਂ, ਖੇਤਾਂ ਦੀ ਗੱਲ ਕਰਦੇ ਹਾਂ, ਮੈਂ ਅੱਜ ਤੁਹਾਡੇ ਨਾਲ ਇਹ ਜੋ 3 ਜ਼ਾਲਮ ਸਰਕਾਰ ਨੇ ਜੋ ਬਿੱਲ ਪਾਸ ਕਰਕੇ ਕਾਨੂੰਨ ਦਾ ਰੂਪ ਦਿੱਤਾ ਹੈ, ਮੈਂ ਉਹਨਾਂ ਕਾਨੂੰਨਾਂ ਦੀ ਵਿਆਖਿਆ ਨਹੀਂ ਕਰਾਂਗਾ, ਕਿਉਂਕਿ ਕਾਫੀ ਦਿਨਾਂ ਤੋਂ ਤੁਸੀਂ ਇਹ ਸਾਰਾ ਕੁਝ ਸੁਣਦੇ ਆਏ ਹੋ। ਹੁਣ ਤੁਹਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਵੀ ਹੈ, ਤੁਸੀਂ ਇਹਨੂੰ ਸਮਝ ਵੀ ਪੂਰੀ ਤਰ੍ਹਾਂ ਚੁੱਕੇ ਹੋ। ਜਦੋਂ ਜ਼ਮੀਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਥੋੜ੍ਹਾ ਜਿਹਾ ਇਹਦੇ ਪਿਛੋਕੜ ਵੱਲ, ਖੇਤੀ ਦੇ ਪਿਛੋਕੜ ਵੱਲ ਜਾਣਾ ਪਏਗਾ। ਜਦੋਂ ਹਰੀ ਕ੍ਰਾਂਤੀ ਪੰਜਾਬ ਦੇ ਵਿੱਚ ਆਈ, ਉਸ ਤੋਂ ਪਹਿਲਾਂ ਪੰਜਾਬ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਰਿਹਾ ਸੀ। ਤੁਹਾਨੂੰ ਪਤਾ ਹੋਏਗਾ, ਬਜ਼ੁਰਗ ਜਾਣਦੇ ਨੇ ਕਿ ਜਦੋਂ ਹਰੀ ਕ੍ਰਾਂਤੀ ਤੋਂ ਪਹਿਲਾਂ ਸਾਡੇ ਫਸਲ ਬੀਜੀ ਜਾਂਦੀ ਸੀ, ਇੱਕ ਫਸਲ ਵੱਢ ਕੇ 6 ਮਹੀਨੇ ਲਈ ਖੇਤ ਸੰਨਵੇਂ ਛੱਡੇ ਜਾਂਦੇ ਸਨ, ਖੁੱਲ੍ਹੇ ਛੱਡੇ ਜਾਂਦੇ ਸਨ। ਉਸ ਵਿੱਚ ਕੋਈ ਫਸਲ ਨਹੀਂ ਸੀ ਬੀਜੀ ਜਾਂਦੀ, ਪਰ ਓਨੇ ਦੇ ਨਾਲ ਹੀ ਸਾਡੀਆਂ ਜ਼ਰੂਰਤਾਂ ਬੜੇ ਚੰਗੇ ਤਰੀਕੇ ਨਾਲ ਪੂਰੀਆਂ ਹੁੰਦੀਆਂ ਸੀ। ਤੇ ਜੇਕਰ ਉਸ ਸਮੇਂ ਕਿਸੇ ਨੂੰ ਜ਼ਰੂਰਤ ਸੀ, ਜੇਕਰ ਉਸ ਸਮੇਂ ਕਿਸੇ ਦੀ ਢਿੱਡ ਭਰਨ ਦੀ ਜ਼ਰੂਰਤ ਸੀ, ਕੋਈ ਭੁੱਖਾ ਸੀ, ਤਾਂ ਉਹ ਸੀ ਭਾਰਤ ਦੇਸ਼। ਹਰੀ ਕ੍ਰਾਂਤੀ ਲਿਆਂਦੀ ਗਈ। ਸਾਡੇ ਜ਼ਿਮੀਂਦਾਰ ਭਰਾਵਾਂ ਨੇ ਅੱਖਾਂ ਮੀਟ ਕੇ ਉਹਦੇ ਵਿੱਚ ਬੜਾ ਜ਼ੋਰ ਲਾਇਆ, ਬੜੀ ਮਿਹਨਤ ਕੀਤੀ। ਉਹਨਾਂ ਨੇ ਦੇਖਿਆ ਇਹਦਾ ਫਾਇਦਾ, ਇਹਦਾ ਨੁਕਸਾਨ। ਕੁਦਰਤੀ ਖੇਤੀ ਕਰਨ ਵਾਲਿਆਂ ਨੇ ਸ਼ਾਇਦ ਉਦੋਂ ਵੀ ਰੌਲਾ ਪਾਇਆ ਹੋਵੇਗਾ, ਪਰ ਉਹਨਾਂ ਦੀ ਗੱਲ
ਅਣਗੌਲਿਆਂ ਕਰ ਦਿੱਤੀ ਗਈ, ਸਾਡੇ ਲਈ ਇਹ ਇੱਕ ਬੜਾ ਵੱਡਾ ਬਦਲ ਸੀ। ਸਾਨੂੰ ਲੱਗਦਾ ਸੀ ਕਿ ਇਹ ਵਿਕਾਸ ਦੇ ਲਈ ਬੜਾ ਲਾਹੇਵੰਦ ਸਾਬਤ ਹੋਵੇਗਾ, ਪਰ ਅੱਗਾ ਦੌੜ ਪਿੱਛਾ ਚੌੜ, ਉਹਦੇ 'ਚੋਂ ਖੱਟਿਆ ਕੀ? ਰਸਾਇਣ ਵਰਤੇ ਗਏ, ਖਾਦਾਂ ਵਰਤੀਆਂ ਗਈਆਂ, ਕੀਟਨਾਸ਼ਕ ਵਰਤੇ ਗਏ। ਅੱਜ ਜਿਹੜੀ ਜ਼ਹਿਰ ਅਸੀਂ ਧਰਤੀ ਨੂੰ ਪਾ ਦਿੱਤੀ, ਅੱਜ ਜਿਹੜੀ ਜ਼ਹਿਰ ਮਿੱਟੀ ਦੇ ਵਿੱਚ ਰਲਾ ਦਿੱਤੀ, ਉਸ ਤੋਂ ਅਗਲੇ ਸਾਲ ਅਗਲੇ ਸੀਜ਼ਨ ਉਸ ਤੋਂ ਵੀ ਖਤਰਨਾਕ, ਉਸ ਤੋਂ ਅਗਲੀ ਵਾਰ ਉਸ ਤੋਂ ਵੀ ਖਤਰਨਾਕ। ਕਾਰਨ ਕਿ ਪਿਛਲੀ ਨੇ ਕੰਮ ਕਰਨਾ ਬੰਦ ਕਰ ਦਿੱਤਾ। ਉਹਨਾਂ ਜ਼ਹਿਰਾਂ ਦਾ ਰਿਜ਼ਲਟ ਕੀ ਨਿਕਲਿਆ, ਨਤੀਜਾ ਕੀ ਨਿਕਲਿਆ, ਇਸ ਵਿਸ਼ਲੇਸ਼ਣ ਦੀ ਲੋੜ ਤਾਂ ਹੈ। ਘੱਟੋ ਘੱਟ ਅਸੀਂ ਉਹਦੀ ਸਮੀਖਿਆ ਤਾਂ ਕਰੀਏ ਕਿ ਉਸ ਸਾਰੇ ਕਾਰੇ ਦੇ ਵਿੱਚੋਂ ਅਸੀਂ ਕੀ ਖੱਟਿਆ, ਪੰਜਾਬ ਨੇ ਕੀ ਖੱਟਿਆ। ਹਾਂ, ਇੱਕ ਗੱਲ ਜ਼ਰੂਰ ਹੈ, ਜੇ ਖੱਟਿਆ ਤਾਂ ਕੇਂਦਰ ਨੇ ਉਹਨੂੰ ਵਡਿਆਉਣ ਦੇ ਲਈ, ਉਹਨੂੰ ਅੰਨਦਾਤਾ ਦਾ ਇੱਕ ਖਿਤਾਬ ਕਹਿ ਲਓ ਜਾਂ ਵਡਿਆਈ ਦੇ ਲਈ ਇੱਕ ਫੋਕਾ ਨਾਮ ਜ਼ਰੂਰ ਦੇ ਦਿੱਤਾ। ਪਰ ਉਸ ਅੰਨਦਾਤੇ ਨੇ ਖੱਟਿਆ ਕੀ? ਆਪਣੀ ਜ਼ਮੀਨ ਨੂੰ ਕੈਂਸਰ ਕਰ ਲਿਆ, ਆਪਣੇ ਬੱਚਿਆਂ ਨੂੰ ਰੋਗੀ ਕਰ ਲਿਆ, ਆਪਣੇ ਮਾਪੇ ਉਮਰ ਤੋਂ ਪਹਿਲਾਂ ਹੀ ਤੋਰ ਦਿੱਤੇ। ਮੈਂ ਨਵਾਂ ਸ਼ਹਿਰ ਤੋਂ ਆਇਆ, ਸਾਡੇ ਏਰੀਏ ਦੇ ਵਿੱਚ ਭਾਵੇਂ ਇਹ ਸਮੱਸਿਆ ਘੱਟ ਹੈ, ਪਰ ਸਾਡੇ ਵੀ ਕੁਝ ਪਿੰਡਾਂ ਦੀ ਨਿਸ਼ਾਨਦੇਹੀ ਕੀਤੀ ਗਈ। ਬੜਵਾ ਬਗੌਰਾਂ ਚੰਡੀਗੜ੍ਹ ਰੋਡ ਤੇ ਪਿੰਡ ਨੇ, ਉੱਧਰ ਵੀ ਉਸ ਜ਼ਮੀਨ ਨੂੰ ਕੈਂਸਰ ਹੋਇਆ। ਪਰ ਜਦੋਂ ਮਾਲਵੇ ਖੇਤਰ ਦੀ ਗੱਲ ਕਰਦੇ ਹਾਂ, ਐਡਾ ਦੁਖਾਂਤਕ ਉੱਧਰ ਤਸਵੀਰ ਹੈ। ਉੱਧਰ ਆਪ ਜੀ ਨੂੰ ਪਤਾ ਹੋਏਗਾ ਕਿ ਜਿਹੜੀ ਇੱਕ ਟ੍ਰੇਨ ਚੱਲਦੀ ਹੈ ਸ਼ਾਇਦ ਬਠਿੰਡੇ ਤੋਂ ਬੀਕਾਨੇਰ, ਉਹਦਾ ਸਰਕਾਰੀ ਤੌਰ ਤੇ ਤਾਂ ਨਹੀਂ, ਪਰ ਉਸ ਦੀ ਪਛਾਣ ਕੈਂਸਰ ਟ੍ਰੇਨ ਦੇ ਨਾਮ ਤੋਂ ਹੋ ਗਈ। ਕਾਰਨ ਕਿ ਉਸ ਖੇਤਰ ਦੇ ਵਿੱਚ ਕੈਂਸਰ ਦੀ ਇੰਨੀ ਭਰਮਾਰ, ਇੰਨੀ ਖਤਰਨਾਕ ਸਥਿਤੀ ਬਣ ਗਈ। ਅੱਜ ਉੱਥੇ ਬੱਚੇ ਵੀ ਜੋ ਪੈਦਾ ਹੋ ਰਹੇ ਨੇ ਡਿਸੇਬਲ ਨੇ, ਉਹ ਯੋਗ ਨਹੀਂ ਨੇ। ਬਹੁਤ ਸਾਰੀਆਂ ਬਿਮਾਰੀਆਂ, ਕੈਂਸਰ, ਹੈਪੇਟਾਈਟਸ, ਚਮੜੀ ਦੇ ਰੋਗ, ਐਸੀਆਂ ਬਿਮਾਰੀਆਂ ਜਿਨ੍ਹਾਂ ਦੇ ਨਾਮ ਤੱਕ ਵੀ ਨਹੀਂ ਜਾਣਦੇ। ਇਹ ਸਾਰਾ ਕੁਝ ਕਿਸ ਚੀਜ਼ ਦੀ ਦੇਣ ਸੀ? ਹਰੀ ਕ੍ਰਾਂਤੀ ਸੀ, ਗ੍ਰੀਨ ਰੈਵੋਲਿਊਸ਼ਨ। ਕੀ ਖੱਟਿਆ ਪੰਜਾਬ ਨੇ ਅੰਨਦਾਤਾ ਬਣ ਕੇ? ਤੇ ਅੱਜ ਉਸ ਅੰਨਦਾਤਾ ਨੇ ਕੇਂਦਰ ਤੋਂ ਕੀ ਲਿਆ? ਕੇਂਦਰ ਨੇ ਕਿਹੜਾ ਇਨਾਮ ਦੇ ਦਿੱਤਾ ਤੁਹਾਡੇ ਤੇ ਕਾਲੇ ਕਾਨੂੰਨ ਲਾਗੂ ਕਰਕੇ? ਇੱਕ ਗੱਲ ਯਾਦ ਰੱਖਿਓ, ਬੜੇ ਜ਼ੋਰ ਸ਼ੋਰ ਨਾਲ ਇਹ ਗੱਲ ਮੈਂ ਕਹਿੰਦਾ, ਮੈਨੂੰ ਯਕੀਨ ਹੈ ਕਿ ਕੇਂਦਰ ਖੇਤੀ ਕਰਨ ਵਾਲਿਆਂ ਨਾਲੋਂ ਖੇਤੀ ਦੇ ਕਾਨੂੰਨ ਬਣਾਉਣ ਵਾਲੇ ਸਿਆਣੇ ਨਹੀਂ। ਹਾਂ, ਇੰਨਾ ਜ਼ਰੂਰ ਹੈ ਕਿ ਉਹ ਚਲਾਕ ਨੇ, ਬੇਈਮਾਨ ਨੇ। ਇਸੇ ਕਰਕੇ ਇਹ ਕਾਨੂੰਨ ਸਾਡੇ ਉੱਤੇ ਥੋਪੇ ਗਏ ਨੇ। ਖੇਤੀ ਕਰਨ ਵਾਲੇ ਬੜੇ ਚੰਗੇ ਤਰੀਕੇ ਨਾਲ ਜਾਣਦੇ ਨੇ ਕਿ ਸਾਡੇ ਲਈ ਕੀ ਚੰਗਾ, ਕੀ ਮਾੜਾ। ਹਾਂ, ਇਹ ਗੱਲ ਜ਼ਰੂਰ ਹੈ ਕਿ ਕੁਝ ਸਮਾਂ ਜਦੋਂ ਗ੍ਰੀਨ ਰੈਵੋਲਿਊਸ਼ਨ ਆਇਆ, ਉਦੋਂ ਸਾਡੇ ਜੋ ਬਜ਼ੁਰਗ ਸੀ ਉਹ ਅਣਜਾਣ ਸੀ, ਉਹ ਪੜ੍ਹੇ ਲਿਖੇ ਨਹੀਂ ਸੀ। ਪਰ ਹੁਣ ਸਾਡੇ ਨੌਜਵਾਨ ਜੋ ਵੀਰ ਨੇ, ਪੜ੍ਹੇ ਲਿਖੇ ਨੇ, ਉਸ ਗੱਲ ਨੂੰ ਸਮਝ ਵੀ ਸਕਦੇ ਨੇ। ਭਾਵੇਂ ਕਿ ਅਸੀਂ ਉਸ ਪਿਰਤ ਨੂੰ ਅਜੇ ਵੀ ਛੱਡਿਆ ਨਹੀਂ, ਪਰ ਫਿਰ ਵੀ ਗੱਲ ਨੂੰ ਸਮਝ ਰਹੇ ਨੇ ਕਿ ਅਸੀਂ ਖੱਟਿਆ ਕੀ, ਨਤੀਜੇ ਦੇਖ ਰਹੇ ਨੇ। ਸੋ ਕਿਸਾਨੀ ਦੀ ਜਦੋਂ ਗੱਲ ਕਰਦੇ ਹਾਂ, ਹਰ ਬੰਦਾ ਕਿਸਾਨ ਹੈ। ਮੈਂ ਸਿੱਧੇ ਤੌਰ ਤੇ ਕਿਸਾਨ ਹਾਂ, ਕੋਈ ਅਸਿੱਧੇ ਤੌਰ ਤੇ ਕਿਸਾਨ ਦੇ ਨਾਲ, ਕਿਸਾਨੀ ਦੇ ਨਾਲ ਜੁੜਿਆ ਹੋਇਆ ਹੈ। ਅਸੀਂ ਜ਼ਮੀਨ ਦੀ ਗੱਲ ਕਰਦੇ ਹਾਂ, ਜਿਸ ਜ਼ਮੀਨ ਦਾ ਅਸੀਂ ਰੌਲਾ ਅੱਜ ਪਾ ਕੇ ਬੈਠੇ ਹਾਂ, ਜਿਹਦੇ ਲਈ ਅਸੀਂ ਇਹ ਕੇਂਦਰ ਦਾ ਪਿੱਟ ਸਿਆਪਾ ਕਰ ਰਹੇ ਹਾਂ, ਅਸਲ ਵਿੱਚ ਸਾਡਾ ਕੱਲੀ ਆਰਥਿਕਤਾ ਹੀ ਇਸ ਜ਼ਮੀਨ ਦੇ ਨਾਲ ਨਹੀਂ ਜੁੜੀ। ਅਸੀਂ ਹੋਰ ਵੀ, ਸਾਡਾ ਸਮਾਜਿਕ ਇਹਦੇ ਨਾਲ ਲਗਾਅ ਹੈ, ਸਾਡਾ ਧਾਰਮਿਕ ਇਹਦੇ ਪ੍ਰਤੀ ਸ਼ਰਧਾ ਹੈ। ਸਾਡਾ ਜੋ ਧਾਰਮਿਕ ਸਾਡੇ ਗੁਰੂ ਸਾਹਿਬਾਨ ਹੋਏ ਇਸ ਧਰਤੀ ਦੇ ਉੱਤੇ, ਉਹਨਾਂ ਦਾ ਇਤਿਹਾਸ ਇਸ ਜ਼ਮੀਨ ਦੇ ਨਾਲ, ਇਸ ਧਰਤੀ ਦੇ ਨਾਲ ਜੁੜਿਆ ਹੋਇਆ ਹੈ। ਅਸੀਂ ਕਿੱਦਾਂ ਭੁੱਲ ਜਾਵਾਂਗੇ? ਅਸੀਂ ਕਿੱਦਾਂ ਛੱਡ ਦੇਵਾਂਗੇ? ਨਿਕਲਣ ਵਾਲੇ ਨਤੀਜਿਆਂ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਇਹ ਨਹੀਂ ਕਿ ਕੇਂਦਰ ਜੋ ਕਹਿੰਦਾ ਹੈ ਅਸੀਂ ਮੰਨ ਲਈਏ। ਸਾਡਾ ਵੀ ਦਿਮਾਗ ਹੈ, ਅਸੀਂ ਵੀ ਸਮਝ ਸਕਦੇ ਹਾਂ। ਗੱਲ ਵੱਖਰੀ ਹੈ ਕਿ ਉਹਨਾਂ ਦੀ ਕਲਮ ਵਿੱਚ ਤਾਕਤ ਹੈ, ਪਰ ਸਾਡੇ ਏਕੇ ਵਿੱਚ ਤਾਕਤ ਉਸ ਤੋਂ ਵੀ ਵੱਧ ਹੋਏਗੀ। ਸੋ ਮੈਂ ਗੱਲ ਕਰ ਰਿਹਾ ਸੀ ਖੇਤੀ ਦੀ। ਜਦੋਂ ਅਸੀਂ ਇਹਨਾਂ ਕਾਨੂੰਨਾਂ ਦੀ ਗੱਲ ਕਰਦੇ ਹਾਂ, ਤੇ ਕਾਨੂੰਨ ਜਿਹੜੇ ਸਾਡੇ ਤੇ ਮੜੇ ਗਏ ਨੇ, ਸਾਡੇ ਬਜ਼ੁਰਗ ਸਿਰਫ ਹਵਾ ਦਾ ਰੁੱਖ ਦੇਖ ਕੇ ਸਾਡੇ ਘਰਾਂ ਦੇ ਵਿੱਚ ਇਹ ਹੋਕਾ ਦੇ ਦਿੰਦੇ ਸਨ ਕਿ ਅਸੀਂ ਆਪਣੀ ਫਸਲ, ਪੱਠਾ ਦੱਥਾ ਜੋ ਸਾਂਭਣ ਵਾਲਾ ਹੈ ਸਾਂਭ ਲਈਏ, ਕਿਉਂਕਿ ਉਹਨਾਂ ਨੂੰ ਪਤਾ ਸੀ, ਉਹਨਾਂ ਨੂੰ ਸਮਝ ਸੀ ਕਿ ਉਹਨਾਂ ਨੂੰ ਕਾਨੂੰਨਾਂ ਦੀ ਸਮਝ ਨਹੀਂ। ਇਹ ਕੜੀ ਕਿੱਥੇ ਜੁੜੇਗੀ, ਇਹ ਅੱਗੇ ਜਾ ਕੇ ਕੀ ਹੋਏਗਾ, ਪੈਰਲਰ ਮੰਡੀ ਖੜੀ ਹੋਏਗੀ, ਜਿਹੜੀਆਂ ਚੱਲ ਰਹੀਆਂ ਮੰਡੀਆਂ ਉਹਨੂੰ ਕਿੱਦਾਂ ਚਿੱਟੇ ਹਾਥੀ ਦਾ ਨਾਂ ਦੇ ਕੇ ਉਹਨਾਂ ਨੂੰ ਬੰਦ ਕੀਤਾ ਜਾਏਗਾ। ਫਿਰ ਕਿਸ ਤਰ੍ਹਾਂ ਜੋ
ਜੋ ਮੰਡੀਕਰਨ ਹੈ ਉਹ ਸਿਰਫ ਇੱਕ ਪ੍ਰਾਈਵੇਟ ਹੱਥਾਂ ਦੇ ਵਿੱਚ ਆ ਜਾਏਗਾ। ਇਹ ਸਾਰਾ ਕੁਝ ਜਾਣਦੇ ਨੇ। ਹੌਲੀ ਹੌਲੀ ਠੇਕਿਆਂ ਦੇ ਰੇਟ ਘਟਣਗੇ, ਜੋ ਅਸੀਂ ਜ਼ਮੀਨ ਠੇਕੇ ਤੇ ਦਿੰਦੇ ਆ। ਅਖੀਰ ਕੀ ਹੋਏਗਾ, ਉਹਨਾਂ ਜ਼ਮੀਨਾਂ ਦੇ ਰੇਟ ਘਟਣਗੇ, ਜ਼ਮੀਨਾਂ ਖਾਲੀ ਰਹਿਣ ਲੱਗ ਜਾਣਗੀਆਂ। ਜਦੋਂ ਫਸਲਾਂ ਦੇ ਸਾਨੂੰ ਰੇਟ ਨਹੀਂ ਮਿਲਣਗੇ, ਉਹ ਜ਼ਮੀਨਾਂ ਫਿਰ ਉਹਨਾਂ ਅੰਬਾਨੀਆਂ, ਅੰਡਾਨੀਆਂ, ਉਹਨਾਂ ਸਰਮਾਏਦਾਰਾਂ ਨੇ ਦੱਬਣੀਆਂ ਨੇ, ਉਹਨਾਂ ਸਰਮਾਏਦਾਰਾਂ ਨੇ ਖਰੀਦਣੀਆਂ ਨੇ, ਤੇ ਪੰਜਾਬ ਇਸ ਗੱਲੋਂ ਫਿਰ ਇੱਕ ਬੜੀ ਵੱਡੀ ਮਾਰ ਖਾ ਜਾਵੇਗਾ ਜੇਕਰ ਇਸ ਤਰ੍ਹਾਂ ਹੁੰਦਾ ਹੈ। ਸੋ ਗੱਲ ਜਦੋਂ ਮੈਂ ਸ਼ੁਰੂ ਕੀਤੀ ਸੀ ਕਿ ਗੱਲ ਨਸ਼ਿਆਂ ਦੀ ਕੀਤੀ, ਕੁਝ ਗੱਲਾਂ, ਕੁਝ ਸਵਾਲ ਜ਼ਰੂਰ ਉੱਠਦੇ ਨੇ ਜਿਹੜੇ ਗੱਲ ਕੀਤੀ ਜਾਣੀ ਚਾਹੀਦੀ ਹੈ। ਭਾਵੇਂ ਕਿ ਅੱਜ ਵੀ ਅਸੀਂ ਕਰੋਨਾ ਦੌਰ ਦੇ ਵਿੱਚੋਂ, ਕੋਵਿਡ-19 ਦੇ ਵਿੱਚੋਂ ਗੁਜ਼ਰ ਰਹੇ ਹਾਂ, ਪਰ ਕੁਝ ਸਮਾਂ ਪਹਿਲਾਂ ਜਦੋਂ ਇਹ ਬੜਾ ਇੱਕ ਖਤਰਨਾਕ ਸਥਿਤੀ ਸਾਡੇ ਸਾਹਮਣੇ ਪੇਸ਼ ਕੀਤੀ ਗਈ, ਉਸ ਸਮੇਂ ਆਪ ਸਭ ਨੂੰ ਪਤਾ ਹੈ ਕਿ ਜਿਨ੍ਹਾਂ ਨੂੰ ਡਾਕਟਰੀ ਸਹਾਇਤਾ ਦੀ ਜ਼ਰੂਰਤ ਸੀ, ਕਈਆਂ ਦੇ ਪਲਾਸਟਰ ਹੋਇਆ ਸੀ, ਕਈਆਂ ਦਾ ਆਪਰੇਸ਼ਨ ਹੋਇਆ ਸੀ, ਕਿਸੇ ਹੋਰ ਨੂੰ ਕੋਈ ਬਹੁਤ ਮੇਜਰ ਪ੍ਰੋਬਲਮ ਸੀ, ਪਰ ਉਸ ਸਮੇਂ ਸਾਡੀ ਪੁਲਿਸ ਨੇ ਸਾਨੂੰ ਇੱਕ ਵਾਰ ਦੁਬਾਰਾ ਫਿਰ 84 ਯਾਦ ਕਰਵਾ ਦਿੱਤੀ। ਇੰਨੀ ਸਖਤੀ ਦੇ ਨਾਲ, ਇੰਨੀ ਧੱਕੇਸ਼ਾਹੀ ਦੇ ਨਾਲ ਸਾਰਾ ਕੁਝ ਬੰਦ ਕੀਤਾ। ਜਿੱਥੇ ਜ਼ਰੂਰਤ ਸੀ ਉੱਥੇ ਵੀ ਸਾਨੂੰ ਕਦੀ ਅੱਗੇ ਨਹੀਂ ਨਿਕਲਣ ਦਿੱਤਾ। ਇੱਥੇ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਏ ਕਿ ਜੇਕਰ ਇਸ ਸਮੇਂ ਬੰਦ ਕੀਤਾ ਜਾ ਸਕਦਾ ਸੀ ਤਾਂ ਕੀ ਨਸ਼ਿਆਂ ਦੇ ਹੜ੍ਹ ਨੂੰ ਰੋਕਿਆ ਨਹੀਂ ਜਾ ਸਕਦਾ? ਕੀ ਸਰਕਾਰਾਂ ਉੱਥੇ ਕਮਜ਼ੋਰ ਹੋ ਜਾਂਦੀਆਂ ਨੇ, ਜਾਂ ਇਸ ਦੇ ਪਿੱਛੇ ਕਿਸ ਦਾ ਮਫਾਦ, ਕਿਸ ਦਾ ਫਾਇਦਾ ਜੁੜਿਆ ਏ? ਬਹੁਤ ਸਾਰੇ ਸਵਾਲ ਨੇ। ਸੋ ਇਹਨਾਂ ਸਵਾਲਾਂ ਦੇ ਜਿਹੜੇ ਜਵਾਬ ਹੈ, ਸਾਨੂੰ ਪੰਜਾਬ ਨੂੰ ਲੱਭਣ ਦੀ ਜ਼ਰੂਰਤ ਹੈ, ਸਾਨੂੰ ਜਾਗਣ ਦੀ ਜ਼ਰੂਰਤ ਹੈ। ਇਹ ਜੋ ਅੱਜ ਦਾ ਅੰਦੋਲਨ ਹੈ, ਇਹ ਇਸੇ ਗੱਲ ਦੀ ਗਵਾਹੀ ਹੈ ਕਿ ਪੰਜਾਬ ਜਾਗ ਗਿਆ। ਅਸੀਂ ਬੜੇ ਲੰਮੇ ਸਮੇਂ ਤੋਂ ਅਵੇਸਲੇ ਹੋਏ ਹਾਂ। ਸਾਡੀ ਇੱਕ ਫਿਤਰਤ ਰਹੀ ਹੈ, ਇੱਕ ਇਹ ਸੁਭਾਅ ਰਿਹਾ ਹੈ। ਜਦੋਂ ਵੀ ਕਿਤੇ ਕੋਈ ਗੱਲ ਹੁੰਦੀ ਹੈ, ਅਸੀਂ ਆਮ ਤੌਰ 'ਤੇ ਹਰ ਵਾਰ ਇਹੀ ਸੋਚਦੇ ਹਾਂ ਕਿ ਇਹ ਜਿਹੜਾ ਵਾਪਰੀ ਗੱਲ ਹੈ, ਇਹ ਸਾਡੇ ਨਾਲ ਨਹੀਂ ਵਾਪਰੀ, ਇਹ ਕਿਸੇ ਹੋਰ ਨਾਲ ਵਾਪਰੀ ਹੈ, ਇਹ ਕਿਤੇ ਹੋਰ ਵਾਪਰੀ ਹੈ, ਸਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ, ਸਾਡਾ ਕੋਈ ਸਰੋਕਾਰ ਨਹੀਂ। ਪਰ ਜਦੋਂ ਉਹ ਅਲਾਮਤ ਸਾਡੇ ਘਰਾਂ ਦੇ ਉੱਤੇ ਆ ਕੇ ਡਿੱਗਦੀ ਹੈ, ਫਿਰ ਸਾਨੂੰ ਪਤਾ ਲੱਗਦਾ ਕਿ ਅਸੀਂ ਵੀ ਉਸੇ ਹੀ ਮਾਰ ਦੇ ਸ਼ਿਕਾਰ ਹੋਏ ਹਾਂ। ਸੋ ਅੱਜ ਦਾ ਇਹ ਅੰਦੋਲਨ ਜੋ ਲਗਾਤਾਰ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ, ਹਰ ਕਸਬੇ ਦੇ ਵਿੱਚ, ਵੱਖ-ਵੱਖ ਥਾਵਾਂ ਦੇ ਉੱਤੇ ਚੱਲ ਰਿਹਾ ਹੈ, ਅੱਜ ਬੜੇ ਲੰਮੇ ਸਮੇਂ ਤੋਂ ਸਾਡੀ ਵੀ ਇੱਕ ਇਹ ਇੱਛਾ ਸੀ ਕਿ ਆਪ ਸਾਰਿਆਂ ਦੇ ਸ਼ੰਭੂ ਮੋਰਚਾ ਇੱਥੇ ਆ ਕੇ ਦਰਸ਼ਨ ਕਰੀਏ, ਕਿਉਂਕਿ ਪੰਜਾਬ ਦਾ ਇਹ ਇੱਕ ਸਭ ਤੋਂ ਵੱਡਾ ਮੋਰਚਾ ਹੈ। ਸੋ ਸਾਡੀ ਇਹ ਸ਼ਰਧਾ ਸੀ ਕਿ ਤੁਹਾਡੇ ਦਰਸ਼ਨ ਕੀਤੇ ਜਾਣ, ਇੱਥੇ ਹਾਜ਼ਰੀ ਲਵਾਈ ਜਾਵੇ। ਸੋ ਹੁਣ ਅਖੀਰ ਦੇ ਵਿੱਚ ਮੈਂ ਦੋ ਬੇਨਤੀਆਂ ਕਰਨੀਆਂ ਨੇ। ਇੱਕ ਤਾਂ ਉਹ ਸੱਜਣ ਜਿਹੜੇ ਇਸ ਅੰਦੋਲਨ ਦੇ ਵਿੱਚ ਲਗਾਤਾਰ ਜੁੜੇ ਹੋਏ ਨੇ, ਜਿਹੜੇ ਸ਼ਮੂਲੀਅਤ ਕਰਦੇ ਨੇ, ਜਿਹੜੇ ਕੰਟੀਨਿਊਜ਼ ਇਸ ਨੂੰ ਅੱਗੇ ਲੈ ਕੇ ਜਾ ਰਹੇ ਨੇ, ਕਿਉਂਕਿ ਮੇਰੇ ਸਾਥੀ ਵੀ ਨਵੇਂ ਸ਼ਹਿਰ ਤੋਂ ਆਏ ਨੇ, ਬਹੁਤ ਹੀ ਸਤਿਕਾਰਯੋਗ ਮਾਸਟਰ ਨਰਿੰਦਰ ਸਿੰਘ ਜੀ ਭਾਰਟਾ, ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਉਸ ਦੇ ਪ੍ਰਧਾਨ ਨੇ। ਉਹਨਾਂ ਦੇ ਨਾਲ ਮਾਸਟਰ ਪਰਵਿੰਦਰ ਸਿੰਘ ਜੀ ਜੱਸੋ ਮਜਾਰਾ ਅਤੇ ਮਾਸਟਰ ਹਰਪ੍ਰੀਤ ਸਿੰਘ ਜੀ ਨਵਾਂ ਸ਼ਹਿਰ। ਇਹਨਾਂ ਤੋਂ ਇਲਾਵਾ ਵੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ, ਸਾਡੇ ਦੋਸਤ ਮਿੱਤਰ ਜਿਹੜੇ ਜੁੜੇ ਹੋਏ ਨੇ, ਭਾਵੇਂ ਵਿਦੇਸ਼ਾਂ ਵਿੱਚ ਬੈਠੇ ਨੇ। ਸਰਦਾਰ ਰਣਜੀਤ ਸਿੰਘ ਨਾਗਰਾ, ਸਰਦਾਰ ਇੰਦਰਜੀਤ ਸਿੰਘ ਜੱਬੋਵਾਲ, ਸਰਦਾਰ ਸਤਵਿੰਦਰ ਸਿੰਘ ਬਲਾਚੌਰ ਅਤੇ ਸਰਦਾਰ ਮਨਜੀਤ ਸਿੰਘ ਭੀਣ। ਉਹ ਸਾਰੇ ਹੀ ਸੱਜਣ ਜੋ ਕਿਸਾਨੀ ਦੇ ਹਮੈਤੀ ਨੇ, ਹਤੈਸ਼ੀ ਨੇ, ਉਹ ਲਗਾਤਾਰ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਸੋ ਮੈਂ ਦੋ ਬੇਨਤੀਆਂ, ਇੱਕ ਆਪ ਜੀ ਜਿਹੜੇ ਅੰਦੋਲਨ ਚਲਾ ਰਹੇ ਹੋ, ਇੱਕ ਆਪ ਲਈ, ਇੱਕ ਉਹ ਸਾਡੀਆਂ ਸਤਿਕਾਰਯੋਗ ਸ਼ਖਸੀਅਤਾਂ ਜਿਹੜੀਆਂ ਇਸ ਦੀ ਅਗਵਾਈ ਕਰ ਰਹੀਆਂ ਨੇ, ਇੱਕ ਉਹਨਾਂ ਨੂੰ ਬੇਨਤੀ ਕਰਨੀ ਹੈ। ਸਭ ਤੋਂ ਪਹਿਲੀ ਬੇਨਤੀ ਤੁਹਾਡੇ ਲਈ ਕਿ ਇਸ ਅੰਦੋਲਨ ਨੇ ਜਿਸ ਪੀਕ ਤੇ ਜਾਣਾ ਸੀ, ਇਹ ਉਸ ਸਿਖਰ ਤੇ ਪਹੁੰਚ ਚੁੱਕਿਆ ਏ। ਜਿੰਨੀ ਲਾਮਬੰਦੀ ਹੋਣੀ ਸੀ ਉਹ ਹੋ ਚੁੱਕੀ ਏ। ਜਿੰਨਾ ਪੰਜਾਬ ਨੂੰ ਜਗਾਉਣਾ ਸੀ ਤੁਸੀਂ ਜਗਾ ਚੁੱਕੇ ਹੋ, ਪਰ ਹੁਣ ਲਾਮਬੰਦੀ ਔਖੀ ਹੈ, ਸੰਘਰਸ਼ ਸ਼ੁਰੂ ਕਰਨਾ ਔਖਾ ਹੈ, ਅੰਦੋਲਨ ਸ਼ੁਰੂ ਕਰਨਾ, ਅੰਦੋਲਨ ਖੜਾ ਕਰਨਾ ਬਹੁਤ ਔਖਾ ਹੈ। ਪਰ ਇਸ ਤੋਂ ਵੀ ਜ਼ਿਆਦਾ ਜੋ ਔਖਾ ਹੈ ਉਹ ਇਸ ਨੂੰ ਲਗਾਤਾਰਤਾ, ਇਸ ਨੂੰ ਉਸ ਕੰਟੀਨਿਊਜ਼, ਇਸ ਨੂੰ ਲਗਾਤਾਰ ਚਲਾਈ ਰੱਖਣਾ, ਇਸ ਨੂੰ ਬਰਕਰਾਰ ਰੱਖਣਾ, ਇਹ ਉਸ ਤੋਂ ਵੀ ਖਤਰਨਾਕ ਹੈ, ਉਸ ਤੋਂ ਵੀ ਜ਼ਿਆਦਾ ਡਰ ਇਸ 'ਤੇ ਹੁੰਦਾ ਹੈ। ਸੋ ਤੁਸੀਂ ਇੱਕ ਦੋ ਬੇਨਤੀਆਂ ਆਪ ਨਾਲ ਇਹ ਸਾਂਝੀਆਂ ਕਰਨੀਆਂ ਨੇ ਕਿ ਤੁਸੀਂ ਇਸ
ਸੰਘਰਸ਼ ਦੇ ਬੜੇ ਮੋਢੀ ਹਿੱਸੇਦਾਰ ਹੋ। ਤੁਹਾਡੇ ਕਰਕੇ ਇਹ ਸੰਘਰਸ਼ ਹੈ। ਹੁਣ ਤੁਹਾਨੂੰ ਕਿਉਂਕਿ ਜਿਸ ਸੋਚ ਦੇ ਨਾਲ, ਜਿਸ ਲੂੰਬੜ ਚਾਲਾਂ ਵਾਲੀ ਸਰਕਾਰ ਦੇ ਨਾਲ ਤੁਹਾਡਾ ਪੇਚਾ ਪਿਆ ਹੈ, ਉਹਨੇ ਸਾਮ ਦਾਮ ਦੰਡ ਭੇਦ ਬੜੀਆਂ ਖਤਰਨਾਕ ਨੀਤੀਆਂ ਅਪਣਾਉਣੀਆਂ ਨੇ। ਤੁਹਾਨੂੰ ਮਨਾਉਣ ਦਾ ਯਤਨ ਵੀ ਕਰਨਗੇ, ਤੁਹਾਨੂੰ ਬਹਿਲਾਉਣ ਦਾ ਯਤਨ ਵੀ ਕਰਨਗੇ, ਤੁਹਾਨੂੰ ਡਰਾਉਣ ਦਾ ਯਤਨ ਵੀ ਕਰਨਗੇ, ਧਮਕਾਉਣ ਦਾ ਯਤਨ ਵੀ ਕਰਨਗੇ, ਅਤੇ ਹੋ ਸਕਦਾ ਤੁਹਾਡੇ 'ਤੇ ਪਰਚੇ ਵੀ ਦਰਜ ਹੋਣ। ਕੋਈ ਗੱਲ ਨਹੀਂ, ਅੱਗੇ ਵੀ ਤਾਂ ਗਲੀਆਂ ਨਾਲੀਆਂ ਪਿੱਛੇ, ਵੱਟਾਂ ਬੰਨਿਆਂ ਪਿੱਛੇ ਜ਼ਿਮੀਂਦਾਰ ਕੇਸ ਲੜਦੇ ਹੀ ਨੇ, ਅਤੇ ਇਹ ਤਾਂ ਸਾਡੇ ਹੱਕਾਂ ਦੀ ਲੜਾਈ ਹੈ। ਇਸ ਹੱਕਾਂ ਦੀ ਲੜਾਈ ਦੇ ਵਿੱਚ ਅਸੀਂ ਪਿੱਛੇ ਨਹੀਂ ਹਟਾਂਗੇ। ਸੋ ਇਹਨਾਂ ਪਰਚਿਆਂ ਨੂੰ ਵੀ ਸਹਿਣਾ ਪਊ, ਅਤੇ ਪਰਚੇ ਹੁੰਦੇ ਵੀ ਤਾਂ ਜਿਉਂਦਿਆਂ ਨੇ, ਕਿਹੜਾ ਮੁਰਦਿਆਂ ਨੇ ਕੇਸ ਚੱਲਣੇ ਹੁੰਦੇ ਨੇ, ਕਿਹੜਾ ਮੁਰਦਿਆਂ ਨੇ ਕੇਸ ਲੜਨੇ ਹੁੰਦੇ ਨੇ, ਇਹ ਵੀ ਲੜ ਲਾਂਗੇ। ਅਤੇ ਦੂਜੀ ਇਹ ਵੀ ਹੋ ਸਕਦਾ ਹੈ ਕਿਉਂਕਿ ਜਦੋਂ ਕੋਈ ਅੰਦੋਲਨ ਚੱਲਦਾ ਹੈ, ਉਹਦੇ ਵਿੱਚ ਘੁਸਪੈਠ ਕੀਤੀ ਜਾਂਦੀ ਹੈ। ਤੁਸੀਂ ਬੀਜੇਪੀ ਦੇ ਲੀਡਰ ਦੇਖੇ ਹੋਣਗੇ, ਸਰਦਾਰ ਦਸਤਾਰਾਂ ਸਜਾ ਕੇ, ਦਾੜੇ ਖੁੱਲ੍ਹੇ ਛੱਡ ਕੇ ਮੂਹਰੇ ਸਟੇਜ 'ਤੇ ਆ ਕੇ TV 'ਤੇ ਬੈਠ ਕੇ ਤੁਹਾਨੂੰ ਸਮਝਾਉਣ ਦਾ ਯਤਨ ਕਰਦੇ ਨੇ। ਇਹ ਘੁਸਪੈਠੀਏ ਨੇ, ਇਹਨਾਂ ਤੋਂ ਬਚਣ ਦੀ ਲੋੜ ਹੈ। ਅਤੇ ਇੱਕ ਗੱਲ ਹੋਰ ਕਹਿ ਦੇਵਾਂ, ਕਿਉਂਕਿ ਪਿੰਡਾਂ ਦੇ ਵਿੱਚੋਂ ਅਸੀਂ ਆਏ ਹਾਂ, ਤੁਸੀਂ ਵੀ ਪਿੰਡਾਂ ਦੇ ਵਿੱਚ ਰਹਿੰਦੇ ਹੋ, ਤੁਹਾਨੂੰ ਪਤਾ ਹੋਣਾ ਕਿ ਹਰ ਪਿੰਡ ਦੇ ਵਿੱਚ ਕੁਝ ਜ਼ਿਆਦਾ ਸਿਆਣੇ ਬੰਦੇ ਜਿਹੜੇ ਹੁੰਦੇ ਨੇ, ਉਹ ਵੰਡਵੇਂ ਆਏ ਹੁੰਦੇ ਨੇ, ਜਿਨ੍ਹਾਂ ਨੇ ਕਿਸੇ ਨਾ ਕਿਸੇ ਘਰ ਵਿੱਚ ਫਸਾਦ ਪਾ ਕੇ ਤਮਾਸ਼ਾ ਵੇਖਣਾ ਹੁੰਦਾ ਹੈ। ਜੇ ਦੋ ਭਰਾ ਹੈ, ਉਹਨੇ ਇੱਕ ਨੂੰ ਕਹਿਣਾ ਕਿ ਤੂੰ ਕੰਮ ਜ਼ਿਆਦਾ ਕਰਦਾ, ਤੇਰੀ ਚੱਲਦੀ ਨਹੀਂ, ਤੇਰੀ ਮੰਨੀ ਨਹੀਂ ਜਾਂਦੀ। ਸੋ ਇੱਦਾਂ ਦੇ ਇੱਥੇ ਵੀ ਆ ਸਕਦੇ ਨੇ, ਕਿਉਂਕਿ ਹੋ ਸਕਦਾ ਤੁਹਾਨੂੰ ਕਹਿਣ ਕਿ ਤੁਸੀਂ ਅੰਦੋਲਨ ਦੇ ਵਿੱਚ ਪਹਿਲੇ ਦਿਨ ਤੋਂ ਜੁੜੇ ਹੋ, ਤੁਹਾਡੀ ਦੇਣ ਬੜੀ ਵੱਡੀ ਹੈ, ਅਤੇ ਤੁਹਾਡੀ ਨਹੀਂ ਮੰਨੀ ਜਾਂਦੀ ਜੋ ਤੁਸੀਂ ਕਹਿੰਦੇ ਆ। ਅਤੇ ਅਸੀਂ ਪਿੰਡਾਂ ਦੇ ਵਿੱਚ ਸਾਡਾ ਇੱਕ ਬੜਾ ਸੌਖਾ ਜਿਹਾ, ਬੜਾ ਸ਼ਾਂਤ ਜਿਹਾ ਜਵਾਬ ਹੁੰਦਾ। ਆਮ ਤੌਰ 'ਤੇ ਤਾਂ ਪਿੰਡਾਂ ਵਾਲੇ ਜਵਾਬ ਦਿੰਦੇ ਨਹੀਂ, ਪਰ ਜੇ ਜਵਾਬ ਦੇਣਾ ਹੋਵੇ ਤਾਂ ਫਿਰ ਇੱਕੋ ਹੀ ਗੱਲ ਕਹਿੰਦੇ ਹੁੰਦੇ ਨੇ, ਢਿੱਲਾ ਜਿਹਾ ਮੂੰਹ ਕਰਕੇ, ਕਿ ਪਤਾ ਨਹੀਂ, ਭਾਪੇ ਨੂੰ ਪਤਾ ਹੋਊ। ਸੋ ਇਸ ਕਰਕੇ ਜਿਹੜੀਆਂ ਗੱਲਾਂ ਭਾਪਿਆਂ ਵਾਲੀਆਂ, ਉਹ ਭਾਪਿਆਂ 'ਤੇ ਰਹਿਣ ਦਿਓ, ਜਿਹੜੀਆਂ ਗੱਲਾਂ ਬੱਚਿਆਂ ਵਾਲੀਆਂ, ਉਹ ਅਸੀਂ ਕਰਾਂਗੇ। ਕਿਉਂਕਿ ਜੇਕਰ ਭਾਪੇ ਬਣਦੇ ਹਾਂ, ਤੁਸੀਂ ਸੁਣਿਆ ਹੋਣਾ ਕਿ ਬਾਪੂ ਬਾਪੂ ਕਹਿੰਦੇ ਸੀ, ਬੜਾ ਸੁਖੀ ਰਹਿੰਦੇ ਸੀ, ਬਾਪੂ ਕਹਾਇਆ ਅਤੇ ਬੜਾ ਦੁੱਖ ਪਾਇਆ। ਜਦੋਂ ਬਾਪੂ ਬਣਾਂਗੇ, ਜਦੋਂ ਉਸ ਪੀੜ ਨੂੰ ਚੱਲਾਂਗੇ, ਫਿਰ ਸਾਨੂੰ ਪਤਾ ਲੱਗੇਗਾ ਉਹਨਾਂ ਦੇ ਸਿਰ ਵੱਡੇ ਨੇ, ਅਤੇ ਵੱਡੇ ਸਿਰ ਦੀਆਂ ਪੀੜਾਂ ਵੀ ਫਿਰ ਵੱਡੀਆਂ ਹੀ ਹੁੰਦੀਆਂ ਨੇ। ਉਹਨਾਂ ਨੂੰ ਭਾਪੇ ਬਣੇ ਰਹਿਣ ਦਿਓ, ਉਹਨਾਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਦਿਓ। ਅਸੀਂ ਇਸ ਅੰਦੋਲਨ ਨੂੰ ਜਾਰੀ ਰੱਖੀਏ, ਅਸੀਂ ਇਸ ਅੰਦੋਲਨ ਦੀ ਗੱਡੀ ਨੂੰ ਰੁੜਦਾ ਰੱਖੀਏ। ਅਤੇ ਇੱਕ ਗੱਲ ਹੋਰ, ਅਸੀਂ ਬਥੇਰੇ ਪਹਿਲਾਂ ਟਰੈਕਟਰ ਤਵੀਆਂ ਦੇ ਮੁਕਾਬਲੇ ਵੀ ਕਰਵਾ ਲਏ, ਅਤੇ ਗੈਰ ਕੁਦਰਤੀ ਮਨੁੱਖੀ ਵਰਤਾਰਾ ਕਹਿ ਲਓ, ਗੈਰ ਕੁਦਰਤੀ ਵਰਤਾਰੇ ਵਿੱਚ ਅਸੀਂ ਬੈਲ ਗੱਡੀਆਂ ਨੂੰ ਵੀ ਹੱਕ ਦੇ ਰਹੇ ਹਾਂ। ਅੱਜ ਲੋੜ ਹੈ ਸਾਨੂੰ ਇਸ ਅੰਦੋਲਨ ਦੀ ਗੱਡੀ ਨੂੰ ਹੱਕਣ ਦੀ। ਨਾ ਹੰਭਿਓ, ਨਾ ਥੱਕਿਓ, ਨਾ ਬੈਠਿਓ। ਜਦ ਤੱਕ ਅਸੀਂ ਸਰ ਨਹੀਂ ਹੋ ਜਾਂਦੇ, ਜਦ ਤੱਕ ਮੋਰਚਾ ਫਤਿਹ ਨਹੀਂ ਕਰ ਲੈਂਦੇ, ਉਦੋਂ ਤੱਕ ਕਦੀ ਬੈਠਾਂਗੇ ਨਹੀਂ, ਇਹ ਪ੍ਰਣ ਕਰ ਲਿਓ। ਸੋ ਦੂਜੀ ਬੇਨਤੀ ਉਹਨਾਂ ਸਤਿਕਾਰਤ ਸਾਡੇ ਲੀਡਰਾਂ ਨੂੰ, ਜਿਹੜੇ ਸਾਡੀ ਅਗਵਾਈ ਕਰ ਰਹੇ ਨੇ, ਬੜੇ ਸਤਿਕਾਰਯੋਗ ਨੇ, ਭਾਵੇਂ 28 29 30 31 ਜਿੰਨੀਆਂ ਵੀ ਜਥੇਬੰਦੀਆਂ ਨੇ, ਸਾਰੇ ਸਤਿਕਾਰਯੋਗ ਹੋ, ਕਿਉਂਕਿ ਇਹ ਇੱਕ ਮੋਰਚਾ ਸਾਂਝਾ ਮੋਰਚਾ ਹੈ। ਇਹ ਪੰਜਾਬ ਦੀ ਕਿਸਾਨੀ ਦਾ ਮੋਰਚਾ ਹੈ। ਕਿਸਾਨ ਦੇ ਨਾਲ ਇਕੱਲਾ ਕਿਸਾਨ ਨਹੀਂ, ਕਿਸਾਨ ਦੇ ਨਾਲ ਮਜ਼ਦੂਰ ਵੀ ਜੁੜਿਆ ਹੈ, ਕਿਸਾਨ ਦੇ ਨਾਲ ਆੜ੍ਹਤੀਆ ਵੀ ਜੁੜਿਆ ਹੈ। ਜੇਕਰ ਕਿਸਾਨ ਮਰਦਾ ਤਾਂ ਉਹਦੇ ਨਾਲ ਪੱਲੇਦਾਰੀ ਵੀ ਖਤਮ ਹੁੰਦੀ ਹੈ, ਉਹਦੇ ਨਾਲ ਦੁਕਾਨਦਾਰੀ ਵੀ ਖਤਮ ਹੁੰਦੀ ਹੈ, ਉਹਦੇ ਨਾਲ ਡਰਾਈਵਰ ਵੀਰਾਂ ਨੂੰ ਵੀ ਪ੍ਰਭਾਵਿਤ ਹੋਣਾ ਪਏਗਾ। ਬਹੁਤ ਸਾਰੇ ਜਿਹੜੇ ਕਿਸਾਨੀ ਦੇ ਨਾਲ ਨਹੀਂ ਵੀ ਜੁੜੇ ਹੋਏ, ਉਹ ਵੀ ਕਿਸਾਨਾਂ ਦੇ ਰਿਣੀ ਨੇ, ਕਿਉਂਕਿ ਜੇਕਰ ਅਨਾਜ ਜਿੱਥੋਂ ਜਾਂਦਾ ਉਹ ਤਾਂ ਇੱਕ ਕਿਸਾਨ ਦੇ ਖੇਤ ਵਿੱਚੋਂ ਹੀ ਜਾਂਦਾ ਹੈ। ਸੋ ਉਹ ਵੀ ਰਿਣੀ ਨੇ। ਜਿਹੜੀ ਮੈਂ ਬੇਨਤੀ ਆਪ ਜੀ ਨੂੰ ਕਰਨ ਲੱਗਾ ਸੀ, ਜਿਹੜੇ ਸਾਡੇ ਆਗੂ ਸਾਹਿਬਾਨ ਨੇ, ਤੁਹਾਡਾ ਕਿਹਾ ਸਿਰ ਮੱਥੇ, ਤੁਸੀਂ ਜੋ ਕਰੋਗੇ ਤੁਹਾਡਾ ਫੈਸਲਾ ਅਸੀਂ ਪ੍ਰਵਾਨ ਕਰਾਂਗੇ। ਪਰ ਇੱਕ ਬੇਨਤੀ ਜ਼ਰੂਰ ਕਰਦਾ ਕਿ ਜਦੋਂ ਵੀ ਤੁਸੀਂ ਕੋਈ ਫੈਸਲਾ ਕਰਨਾ, ਪੰਜਾਬ ਦੇ ਹਿੱਤ ਨੂੰ ਧਿਆਨ ਵਿੱਚ ਰੱਖਿਓ, ਪੰਜਾਬ ਦੇ ਖਿਆਲ ਨੂੰ ਧਿਆਨ ਵਿੱਚ ਰੱਖਿਓ। ਕਿਉਂਕਿ ਇਹ ਗੱਲ ਮੈਂ ਮਾਫੀ ਮੰਗ ਲਵਾਂ, ਸਾਡੇ ਜਿਹੜੇ ਮੁੱਢਲੇ ਆਗੂ ਹੋਏ ਪੰਜਾਬ ਦੇ, ਉਹਨਾਂ ਦੀਆਂ ਤਸਵੀਰਾਂ ਭਾਵੇਂ ਅੱਜ ਅਜਾਇਬ ਘਰਾਂ ਦੇ ਵਿੱਚ ਲਟਕਦੀਆਂ ਨੇ, ਪਰ ਉਹਨਾਂ ਦੇ ਮਿਲਾਏ ਹੋਏ ਹੱਥ, ਉਹਨਾਂ ਦੇ ਹੱਥਾਂ ਨਾਲ ਦਿੱਤੀਆਂ ਹੋਈਆਂ ਅੱਜ ਪੰਜਾਬ ਨੂੰ ਮੂੰਹ ਨਾਲ ਖੋਲ੍ਹਣੀਆਂ ਵੀ ਔਖੀਆਂ ਹੋ ਰਹੀਆਂ ਨੇ। ਸੋ ਇਸ ਬੇਨਤੀ ਨੂੰ ਪ੍ਰਵਾਨ ਕਰਿਓ। ਜੇਕਰ ਕਿਸਾਨੀ ਪਰਿਵਾਰਾਂ ਦੇ ਵਿੱਚੋਂ ਬਹੁਤ ਸਾਰੇ ਐਸੇ ਬੱਚੇ ਨੇ ਜਿਹੜੇ ਬੜੇ ਹਾਈਲੀ ਇੰਟਲੈਕਚੁਅਲ, ਬੜੇ ਸਿਆਣੇ, ਬੜੇ ਵੱਡੀਆਂ ਪੋਸਟਾਂ 'ਤੇ ਇਸ ਵੇਲੇ ਅਪੁਆਇੰਟ ਨੇ, ਤੁਸੀਂ ਉਹਨਾਂ ਦੀ ਇੱਕ ਐਡਵਾਈਜ਼ਰੀ ਬਣਾ ਸਕਦੇ ਹੋ, ਤਾਂ ਕਿ ਵੇਲੇ ਕਵੇਲੇ ਜਦੋਂ ਵੀ ਕਿਤੇ ਤੁਹਾਨੂੰ ਜ਼ਰੂਰਤ ਪਵੇ, ਤੁਸੀਂ ਉਹਨਾਂ ਨਾਲ ਵਿਚਾਰ ਵਟਾਂਦਰਾ ਕਰ ਸਕੋ, ਤੁਸੀਂ ਉਹਨਾਂ ਦੇ ਨਾਲ ਹਰ ਇੱਕ ਕਾਨੂੰਨੀ ਨੁਕਤੇ 'ਤੇ ਵੀ ਸਲਾਹ ਲੈ ਸਕੋ। ਸੋ ਇਸ ਬੇਨਤੀ ਨੂੰ ਤੁਸੀਂ ਪ੍ਰਵਾਨ ਕਰਿਓ। ਬਾਕੀ ਜੇਕਰ ਅਸੀਂ
ਜਿੱਥੇ ਵੀ ਨਾਲ ਆ, ਜਿੰਨਾ ਵੀ ਸਾਨੂੰ ਪੈਂਡਾ ਤੈਅ ਕਰਨਾ ਪਵੇ, ਅਸੀਂ ਪਿੱਛੇ ਨਹੀਂ ਹਟਾਂਗੇ। ਤੇ ਜੇ ਇੱਕ ਗੱਲ ਹੋਰ ਬੇਨਤੀ ਕਰ ਦੇਵਾਂ, ਕਿਉਂਕਿ ਅਸੀਂ ਪੰਜਾਬ ਦੇ ਵਸਿੰਦੇ ਹਾਂ, ਸਾਡਾ ਪੰਜਾਬ ਗੁਰਾਂ ਦੇ ਨਾਂ 'ਤੇ ਵਸਦਾ, ਅਸੀਂ ਗੁਰ ਇਤਿਹਾਸ ਦੇ ਨਾਲ ਜੁੜੇ ਹੋਏ ਹਾਂ। ਤੇ ਜੇਕਰ ਅੱਤ ਦੀ ਆਈ ਨੂੰ ਤੁਹਾਨੂੰ ਲੱਗਦਾ ਹੋਇਆ ਚੱਲਾਂਗੇ, ਭਾਵੇਂ ਮਹੀਨਾ 2 ਮਹੀਨੇ 6 ਮਹੀਨੇ ਸਾਲ, ਜਿੰਨਾ ਟਾਈਮ ਵੀ ਅੰਦੋਲਨ ਚੱਲਿਆ, ਅਸੀਂ ਪੰਜਾਬ ਲਈ, ਅਸੀਂ ਆਪਣੇ ਲਈ, ਅਸੀਂ ਹੱਕਾਂ ਲਈ ਲੜਾਂਗੇ। ਪਰ ਫਿਰ ਵੀ ਜੇਕਰ ਤੁਹਾਨੂੰ ਕਿਤੇ ਲੱਗਦਾ ਹੋਇਆ ਕਿ ਕੋਈ ਗੱਲ ਨਹੀਂ ਬਣਦੀ, ਤਾਂ ਫਿਰ ਇੱਕ ਗੱਲ ਤੁਸੀਂ ਵੀ ਯਾਦ ਰੱਖਿਓ ਕਿ ਸਾਨੂੰ ਤਾਂ ਸਰਸਾ ਵੀ ਡੱਕ ਨਹੀਂ ਸੀ ਸਕੀ, ਸਾਨੂੰ ਚਮਕੌਰ ਦੀ ਗੜੀ ਦਾ ਵੀ ਪਿਆਰ ਹੈ, ਸਾਨੂੰ ਉਹ ਤੋਂ ਵੀ ਪ੍ਰੇਰਨਾ ਮਿਲਦੀ ਹੈ। ਅਸੀਂ ਖਿਦਰਾਣੇ ਦੀ ਢਾਬ ਵੀ ਨਹੀਂ ਭੁੱਲੇ। ਫਿਰ ਲੜਾਂਗੇ, ਮਰਾਂਗੇ, ਜਿੱਥੇ ਤੱਕ ਜਾ ਹੋਇਆ, ਜਿੱਦਾਂ ਹੋਇਆ ਅਸੀਂ ਕਰਾਂਗੇ। ਬਸ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ, ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ। ਇੱਕ ਨਾਰਾ ਆਪ ਸਾਰਿਆਂ ਦਾ ਸਾਥ ਚਾਹੀਦਾ ਹੈ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਸਾਰਿਆਂ ਹੀ ਵੀਰਾਂ ਦਾ, ਪ੍ਰਬੰਧਕਾਂ ਦਾ, ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।